हम अवगुण भरे एक गुण नाही, अमृत छाड़ बिख बिख खाई, माया मोह परम पै भूले, सुत दारा स्यों। एक उत्तम पंथ सुन्यो गुर संगत, तेह मिलंत जाम त्रास, एक अरदास पाठ कीरत की, गुर रामदास राखो। सो कहो टल गुर सेविया, अहनस सहज, दर्शन परसै गुरु कै, जन्म मरण दुख, होवै सिफत खसंदी, नूर अरसह कुर सह, तुद डठे सच्चे पातशाह, मल जन्म जन्म दे, सज्जन सच्चा पातशाह, सिर शाह शाहो। जिस पास बैठिया सोहिया, सबना दा विसाहो। सतनाम श्री वाहिगुरु साहिब जी। बिलावल महला पंजवा। उद्यम करत आनंद पया, सिमरत सुखसार, जप जप नाम गोबिंद का, पूरन विचार। उद्यम करत आनंद पया, सिमरत सुखसार, जप जप नाम गोबिंद का, पूरन विचार। चरण कमल गुर के जपत, हर जप हूँ जीवा, पार ब्रह्म आराधते, मुख अमृत पीवा रहाऊ। जी जंतु सब सुख बसे, सबका मन लोच, पर उपकार नित चितवते, नाही कछ पूछ। धन सो थान बसंत धन, ज जपिया नाम, कथा कीर्तन हर अत कणा, सुख सहज विश्राम। मन ते कदे ना विसरा, अनाथ को नाथ, नानक प्रभु शरणागति, जाका सब किछ हाथ। मन ते कदे ना विसरा, अनाथ को नाथ, नानक प्रभु शरणागति, जाका सब किछ हाथ। वाहिगुरु जी का खालसा, वाहिगुरु जी की फतेह। धन धन गुरुदेव, जिस संग हर जपे, गुर कृपाल जपे, ताव गुण सब छपे। ऐसे करण कारण दीन दयाल भगत वछल, जगत गुरु श्री गुरु ग्रंथ साहिब जी महाराज जी की पवित्र हजूरी च अमृत वेले तो हाजरियां भर रही गुरु की साजी और निवाजी हुई गुरु स्वरूप गुरु खालसा साध संगत जीओ। वड्डियां भागां वाले हो के सतगुरु नौवें पातशाह दे पवित्र दरबार विच नतमस्तक हो के अपने जीवन के प्रयोजन मनोरथ समझण लई गुरु चरना विच तत्पर हो के सावधान हो के जुड़ बैठे। जे प्रयोजन का नहीं पता तो फिर जीवन जीवन का रस कैसा। लक्ष्य होवे, प्रयोजन होवे कि मनुखी जीवन ने मिलिया क्यों है, इसका प्रयोजन की है।
ਕਿਸੇ ਕਾਰਨ ਤੋਂ ਬਿਨਾਂ ਤਾਂ ਕਾਰਜ ਦੀ ਉਤਪਤੀ ਨਹੀਂ ਹੈ। ਕਾਰਨ ਤੋਂ ਹੀ ਕਾਰਜ ਉਤਪੰਨ ਹੁੰਦਾ ਹੈ। ਕਿਸੇ ਕਾਰਨ ਕਰਕੇ ਤਾਂ ਇਹ ਮਨੁੱਖੀ ਸਰੀਰ ਪ੍ਰਾਪਤ ਹੋਇਆ। ਉਹ ਕਿਹੜਾ ਕਾਰਜ ਹੈ ਜਿਸ ਨੂੰ ਕਰਨ ਵਾਸਤੇ ਮਨੁੱਖੀ ਜਾਮਾ ਪ੍ਰਾਪਤ ਹੋਇਆ? ਉਸ ਨੂੰ ਸਮਝਣ ਲਈ ਗੁਰਬਾਣੀ ਦੇ ਵਿਚਾਰ ਕਰਦੇ ਹਾਂ, ਸੁਣਦੇ ਹਾਂ, ਤਾਂ ਫਿਰ ਉਸ ਪ੍ਰਯੋਜਨ ਦੀ ਸੋਝੀ ਪੈਂਦੀ ਹੈ। ਰੱਬੀ ਬਾਣੀ ਦਾ ਕੀਰਤਨ ਰਾਗੀ ਸਿੰਘਾਂ ਨੇ ਗਾਇਨ ਕੀਤਾ। ਸ਼੍ਰੀ ਮੁਖ ਵਾਕ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਬਖਸ਼ਿਆ। ਆਓ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ। ਹਾਜ਼ਰੀਆਂ ਲਵਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਉਦਮ ਕਰਤ ਆਨੰਦ ਪਿਆ ਸਿਮਰਤ ਸੁਖ ਸਾਰੂ। ਰਾਗ ਬਿਲਾਵਲ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ। 815 ਅੰਗ ਤੇ ਪਾਵਨ ਪਵਿੱਤਰ ਸ਼ਬਦ ਸੁਭਾਏਮਾਨ। ਅੰਕ ਸ਼ਬਦ ਤੋਂ ਅੰਗ ਬਣਿਆ ਹੈ। ਬਹੁਤ ਸਾਰੇ ਸ਼ਬਦਾਂ ਵਿੱਚ ਕੱਕਾ ਅੱਖਰ ਜਿਹੜਾ ਹੈ ਉਹਦਾ ਸਵਰੂਪ ਬਦਲ ਕੇ ਗੱਗੇ 'ਚ ਤਬਦੀਲ ਹੋ ਜਾਂਦਾ। ਜਿਵੇਂ ਆਪਾਂ ਸੰਗ ਸ਼ਬਦ ਵਰਤਦੇ ਹਾਂ, ਸੰਗ ਲੱਗਦੀ ਹੈ, ਉਹਦਾ ਇੱਕ ਅੱਖਰ ਹੈ ਸ਼ੰਖ। ਸ਼ੰਖ ਤੋਂ ਸੰਗ ਬਣਿਆ ਹੈ। ਇਸੇ ਤਰ੍ਹਾਂ ਅੰਕ ਤੋਂ ਅੰਗ ਸ਼ਬਦ ਬਣਿਆ ਹੈ। 815 ਅੰਗ ਤੇ ਪਾਵਨ ਪਵਿੱਤਰ ਸ਼ਬਦ ਆਰੰਭ ਹੋ ਰਿਹਾ ਹੈ। ਉਦਮ ਕਰਤ ਆਨੰਦ ਭਇਆ। ਪਰਮੇਸ਼ਰ ਦੇ ਭਜਨ ਦਾ ਤੁਸੀਂ ਉਦਮ ਕਰੋ। ਜਦੋਂ ਉਦਮ ਕਰਨ ਲੱਗ ਪਈਏ ਨਾ ਵੀ ਮੈਂ ਰੱਬ ਰੱਬ ਕਰਨਾ ਹੈ, ਹਾਲੇ ਰੱਬ ਰੱਬ ਕਰਨਾ ਬੈਠਣਾ ਹੈ, ਪਰ ਉਸ ਤੋਂ ਪਹਿਲਾਂ ਉਦਮ ਕੀਤਾ, ਇਸ਼ਨਾਨ ਪਾਨ ਕੀਤਾ, ਤਿਆਰ ਬਰ ਤਿਆਰ ਹੋਏ। ਉਦਮ ਕਰਦਿਆਂ ਹੀ ਆਨੰਦ ਬਣ ਜਾਂਦਾ। ਪਰਮੇਸ਼ਰ ਦਾ ਭਜਨ ਕਰਾਂਗੇ ਸਵੇਰੇ ਉੱਠ ਕੇ। ਇਹ ਫੁਰਨਾ ਕੀਤਾ ਨਾ ਵੀ ਸਿਮਰਨ ਕਰਾਂਗੇ, ਗੁਰਦੁਆਰੇ ਜਾਵਾਂਗੇ। ਆ ਛੁੱਟੀਆਂ ਆਉਂਦੀਆਂ ਨੇ ਤਾਂ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਾਂਗੇ, ਸ੍ਰੀ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰਕੇ ਆਵਾਂਗੇ। ਫੁਰਨਾ ਕੀਤਾ ਨਾ। ਜਦੋਂ ਉੱਥੇ ਜਾਣਾ ਉਦੋਂ ਤਾਂ ਕਲਾ ਵਰਤਣੀ ਹੈ, ਪਰ ਜਦੋਂ ਤੁਸੀਂ ਫੁਰਨਾ ਕਰਦੇ ਹੋ, ਫੁਰਨੇ ਨਾਲ ਹੀ ਆਨੰਦ ਬਣ ਜਾਂਦਾ। ਭਲੇ ਫੁਰਨੇ ਦਾ ਇਹੀ ਲਾਭ ਹੈ। ਫੁਰਨਾ ਸਿਮਰਨ ਕਰਨ ਦਾ ਫੁਰਨਾ ਕਰ ਲੋ, ਫੁਰਨੇ ਨਾਲ ਹੀ ਆਨੰਦ ਬਣ ਜਾਂਦਾ। ਤੋ ਪਾਤਸ਼ਾਹ ਕਹਿੰਦੇ ਕਿ ਜਦੋਂ ਉਦਮ ਕਰੀਏ ਪਰਮੇਸ਼ਰ ਦਾ ਭਜਨ ਕਰਨ ਵਾਸਤੇ, ਨਿਰੰਕਾਰ ਦੀ ਬੰਦਗੀ ਕਰਨ ਵਾਸਤੇ, ਤਾਂ ਵਿਵਹਾਰਕ ਆਨੰਦ ਪ੍ਰਾਪਤ ਹੋ ਜਾਂਦੇ ਨੇ। ਉਦਮ ਕਰਤ ਆਨੰਦ ਪਿਆ। ਜਿਹੜੇ ਵਿਵਹਾਰਕ ਆਨੰਦ ਨੇ, ਸੰਸਾਰ ਦੇ ਸੁੱਖ, ਉਹ ਪ੍ਰਾਪਤ ਹੋ ਜਾਂਦੇ ਨੇ। ਸਿਮਰਤ ਸੁਖ ਸਾਰ। ਜਦੋਂ ਸਿਮਰਨ ਦੇ ਵਿੱਚ ਲੱਗ ਜਾਈਏ, ਜੁੜ ਜਾਈਏ ਪਰਮੇਸ਼ਰ ਦੇ ਸਿਮਰਨ ਵਿੱਚ, ਤਾਂ ਫਿਰ ਸਾਰ ਸੁਖ ਦੀ ਪ੍ਰਾਪਤੀ ਹੁੰਦੀ। ਸਾਰ ਸੁਖ ਦਾ ਮਤਲਬ ਆਤਮਿਕ ਸੁਖ। ਨਿਜ ਆਤਮਾ ਦਾ ਸੁਖ ਜਿਹੜਾ ਫਿਰ ਉਹ ਹਾਸਲ ਹੋ ਜਾਂਦਾ, ਪ੍ਰਾਪਤ ਹੋ ਜਾਂਦਾ ਸਿਮਰਨ ਕੀਤਿਆਂ, ਉਦਮ ਕੀਤਿਆਂ। ਪਰਮੇਸ਼ਰ ਦਾ ਭਜਨ ਦਾ ਉਦਮ ਕੀਤਿਆਂ ਵਿਵਹਾਰਕ ਆਨੰਦ ਪ੍ਰਾਪਤ ਹੋ ਗਏ ਤੇ ਸਿਮਰਨ ਕੀਤਿਆਂ ਆਤਮਿਕ ਸੁਖ ਪ੍ਰਾਪਤ ਹੋ ਗਿਆ। ਹਾਂਜੀ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕੇ, ਗੋਬਿੰਦ ਦੇ ਜਾਪ ਨੂੰ ਜਪ ਜਪ ਕੇ ਜਿਹੜੀ ਵਿਚਾਰ ਹੈ ਉਹ ਪੂਰਨ ਹੋ ਜਾਂਦੀ। ਸਾਡੀਆਂ ਵਿਚਾਰਾਂ ਅਧੂਰੀਆਂ ਨੇ, ਪੂਰਨ ਨਹੀਂ ਹਨ।
ਪਰ ਪਰਮੇਸ਼ਰ ਦਾ ਭਜਨ ਕੀਤਿਆਂ ਵਿਚਾਰਾਂ ਸੰਪੂਰਨ ਹੋ ਜਾਂਦੀਆਂ ਨੇ, ਪੂਰਨ ਹੋ ਜਾਂਦੀਆਂ ਨੇ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਜਿਹੜੀ ਬ੍ਰਹਮ ਦੀ ਵਿਚਾਰ ਹੈ, ਇਹ ਪੂਰਨ ਵਿਚਾਰ ਹੈ, ਕਿਉਂਕਿ ਪੂਰਨ ਪੁਰਖ ਦੇ ਮੁਖੋਂ ਉਚਰੀ ਗਈ ਹੈ। ਪਰਮੇਸ਼ਰ ਦੇ ਜਾਪ ਨੂੰ ਜਪਣ ਵਾਲੇ ਕਬੀਰ ਜੀ ਜੈਸੇ ਮਹਾਂਪੁਰਸ਼ਾਂ ਦੇ ਵੱਲੋਂ ਕਹੀ ਹੋਈ ਵਿਚਾਰ ਪੂਰਨ ਵਿਚਾਰ ਹੈ। ਉਹ ਜੁਗਾਂ ਤਾਈਂ ਪੂਰਨ ਰਹੇਗੀ, ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸੰਦੇਹ ਜਾਂ ਸ਼ੰਕਾ ਪ੍ਰਗਟ ਨਹੀਂ ਕੀਤਾ ਜਾ ਸਕਦਾ ਕਿ ਕਬੀਰ ਜੀ ਨੇ 500 ਸਾਲ ਪਹਿਲਾਂ ਜਿਹੜੀ ਇਹ ਗੱਲ ਕਹੀ ਸੀ ਅੱਜ ਸਹੀ ਨਹੀਂ ਹੈ, ਜਾਂ ਰਵਿਦਾਸ ਜੀ ਨੇ ਜੋ 500 ਸਾਲ ਪਹਿਲਾਂ ਕਿਹਾ ਸੀ ਅੱਜ ਸਹੀ ਨਹੀਂ ਹੈ। ਉਹਨਾਂ ਵੱਲੋਂ ਕਹੀ ਹੋਈ ਵਿਚਾਰ ਵੀ ਪੂਰਨ ਹੈ। ਤੋ ਜਦੋਂ ਪਰਮੇਸ਼ਰ ਦੇ ਜਾਪ ਨੂੰ, ਗੋਬਿੰਦ ਦੇ ਜਾਪ ਨੂੰ ਜਪਿਆ ਤਾਂ ਗੋਬਿੰਦ ਦੇ ਜਾਪ ਨੂੰ ਜਪ ਜਪ ਕੇ ਵਿਚਾਰ ਪੂਰਨ ਹੋਈ। ਜਾਂ ਇਸ ਤਰ੍ਹਾਂ ਕਹਿ ਲਈਏ, ਮਨ ਵਿੱਚ ਜਿਹੜੀਆਂ ਉੱਠਣ ਵਾਲੀਆਂ ਅਨੇਕ ਵਿਚਾਰਾਂ ਦੀਆਂ ਤਰੰਗਾਂ ਨੇ ਉਹ ਪੂਰਨ ਹੋ ਜਾਂਦੀਆਂ ਹਨ। ਚਰਨ ਕਮਲ ਗੁਰ ਕੀ ਜਪਤ ਪਰ ਜਪ ਹੋਂ ਜੀਵਾ। ਗੁਰੂ ਦੇ ਪਵਿੱਤਰ ਚਰਨ ਕਮਲਾਂ ਨੂੰ ਜਪ ਜਪ ਕੇ ਮੈਂ ਜੀਵਦਾ ਹਾਂ। ਗੁਰੂ ਦੇ ਚਰਨ ਕਮਲਾਂ ਨੂੰ ਜਪਦਾ ਹਾਂ ਔਰ ਉਹਨਾਂ ਨੂੰ ਹੀ ਜਪ ਜਪ ਕੇ ਜੀਵਦਾ ਹਾਂ। ਪਾਰ ਬ੍ਰਹਮ ਆਰਾਧਤੇ ਮੁਖ ਅੰਮ੍ਰਿਤ ਪੀਵਾ। ਪਾਰ ਬ੍ਰਹਮ ਪਰਮੇਸ਼ਰ ਨੂੰ ਆਰਾਧਦਿਆਂ ਮੈਂ ਆਪਣੇ ਮੁਖ ਦੁਆਰਾ ਉਸ ਦੇ ਨਾਮ ਅੰਮ੍ਰਿਤ ਨੂੰ ਪੀਂਦਾ ਹਾਂ। ਪਾਰ ਬ੍ਰਹਮ ਪਰਮੇਸ਼ਰ ਨੂੰ ਆਰਾਧਦਿਆਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਮੈਂ ਆਪਣੇ ਮੁਖ ਦੁਆਰਾ ਪੀਂਦਾ ਹਾਂ। ਰਹਾਉ ਜੀ ਜੰਤ ਸਭ ਸੁਖ ਬਸੇ ਸਭ ਕਾ ਮਨ ਲੋਚ। ਕਹਿੰਦੇ ਰੱਬ ਦੇ ਜਿਹੜੇ ਪਿਆਰੇ ਨੇ ਨਾ, ਉਹਨਾਂ ਸਾਰੇ ਮਹਾਂਪੁਰਸ਼ਾਂ ਦੇ ਮਨ 'ਚ ਇੱਕ ਇੱਛਾ ਹੁੰਦੀ ਹੈ, ਸਭ ਕਾ ਮਨ ਲੋਚ, ਸਭ ਦੇ ਮਨ 'ਚ ਇੱਛਾ ਹੈ। ਜਿਹੜੇ ਰੱਬ ਦੇ ਰੰਗਾਂ ਵਿੱਚ ਰੰਗੇ ਹੋਏ ਗੁਰਮੁਖ ਨੇ, ਮਹਾਂਪੁਰਸ਼ ਨੇ, ਮਹਾਤਮਾ ਨੇ, ਸੰਤ ਨੇ, ਉਹਨਾਂ ਸਾਰਿਆਂ ਦੇ ਮਨ ਵਿੱਚ ਇੱਕ ਇੱਛਾ ਹੈ। ਪੁੱਛਿਆ ਮਹਾਰਾਜ ਕੀ ਇੱਛਾ ਹੈ? ਕਹਿੰਦੇ ਉਹਨਾਂ ਦੇ ਹਿਰਦਿਆਂ 'ਚ ਇੱਛਾ ਹੈ ਕਿ ਸੰਸਾਰ ਦੇ ਜਿਤਨੇ ਜੀ ਜੰਤ ਨੇ ਸਭ ਸੁੱਖ ਨਾਲ ਵਸਣ। ਇਹਨੂੰ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਕਾਂਖਾ ਰੱਖਣ ਦੀ ਇੱਛਾ। ਇਹ ਇੱਛਾ ਮਹਾਰਾਜ ਸਾਰੇ ਜੀ ਸੁੱਖ ਨਾਲ ਵਸਣ। ਰੱਬ ਦੇ ਪਿਆਰਿਆਂ ਦੇ ਹਿਰਦਿਆਂ ਵਿੱਚ ਇੱਛਾ ਹੈ, ਉਹ ਆਪਣੇ ਸੁੱਖ ਦੀ ਕਾਂਖਾ ਨਹੀਂ ਰੱਖਦੇ। ਉਹ ਕਹਿੰਦੇ ਹੇ ਵਾਹਿਗੁਰੂ ਸਾਰੇ ਜੀ ਜੰਤ ਸੁੱਖ ਨਾਲ ਵਸਣ। ਇਹ ਨਹੀਂ ਕਹਿੰਦੇ ਫਲਾਣੇ ਦਾ ਪੱਠਾ ਬਹਿ ਜੇ ਤੇ ਮੇਰੀ ਚੜ੍ਹਦੀ ਕਲਾ ਹੋ ਜਾਏ, ਫਲਾਣੇ ਦੀ ਦੁਕਾਨ ਬੰਦ ਹੋ ਜਾਏ ਤੇ ਮੇਰੀ ਚੱਲ ਜਾਏ, ਫਲਾਣੇ ਦਾ ਵਪਾਰ ਬੰਦ ਹੋ ਜਾਏ ਮੇਰਾ ਚੱਲ ਜਾਏ। ਉਹ ਏਦਾਂ ਦੀ ਬਿਰਤੀ ਨਹੀਂ ਰੱਖਦੇ। ਰੱਬ ਦੇ ਪਿਆਰੇ ਆਪਣੇ ਹਿਰਦੇ 'ਚ ਕਾਂਖਾ ਰੱਖਦੇ ਆ, ਵਾਹਿਗੁਰੂ ਇਹ ਸਾਰੇ ਜੀ ਸੁੱਖ ਨਾਲ ਵਸਣ, ਤੇਰੇ ਜੀ ਨੇ ਵਾਹਿਗੁਰੂ, ਇਹਨਾਂ ਜੀਆਂ ਦੀ ਸੰਭਾਲ ਕਰ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰੇ। ਰੱਬ ਦੇ ਪਿਆਰਿਆਂ ਦੇ ਹਿਰਦੇ ਦੀ ਅਰਦਾਸ ਹੈ, ਹੇ ਵਾਹਿਗੁਰੂ ਇਹ ਸੰਸਾਰ ਦੇ ਜਿਤਨੇ ਜੀ ਜੰਤ ਨੇ ਸਭ ਸੁੱਖ ਨਾਲ ਵਸਣ। ਤੱਤੀ ਤਵੀ ਤੇ ਬੈਠੇ ਵੀ ਮੇਰੇ ਪਾਤਸ਼ਾਹ ਚੰਦੂ ਦਾ ਬੁਰਾ ਨਹੀਂ ਮੰਗਦੇ, ਤੇ ਗੋਲੀਆਂ ਚਲਾਉਂਦੇ ਹੋਏ ਧੀਰ ਮੱਲ ਨੂੰ ਵੇਖ ਕੇ ਮੇਰੇ ਸਾਹਿਬ ਇਹ ਨਹੀਂ ਕਹਿੰਦੇ ਤੂੰ ਗਰਕ ਹੋ ਜਾਏ, ਸਗੋਂ ਇਹੀ ਬੋਲ ਬੋਲਦੇ ਨੇ ਤੇਰਾ ਭਲਾ ਹੋਵੇ ਧੀਰ ਮੱਲ। ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ। ਸਭ ਦੇ ਜਿੰਨੇ ਵੀ ਰੱਬ ਦੇ ਪਿਆਰੇ ਨੇ ਉਹ ਕਿਸੇ ਮਜ਼ਹਬ ਨਾਲ ਸੰਬੰਧ ਰੱਖਦੇ ਹੋਣ, ਕਿਸੇ ਧਰਮ ਨਾਲ, ਕਿਸੇ ਮਤ ਨਾਲ, ਕਿਸੇ ਫਿਰਕੇ ਨਾਲ, ਕਿਸੇ ਜਾਤੀ ਨਾਲ, ਕਿਸੇ ਵਰਣ ਨਾਲ, ਕਿਸੇ ਵਰਗ ਨਾਲ ਵੀ ਉਹ ਸੰਬੰਧ ਰੱਖਦੇ ਹੋਣ, ਰੱਬ ਦੇ ਪਿਆਰਿਆਂ ਦੇ ਸਭ ਦੇ ਮਨ ਵਿੱਚ ਇੱਕੋ ਇੱਛਾ ਹੁੰਦੀ ਹੈ, ਹੇ ਵਾਹਿਗੁਰੂ ਇਹ ਸਾਰੇ ਜੀ ਜੰਤ ਸੁੱਖ ਨਾਲ ਵਸਣ। ਉਹਦੇ ਜੀ ਜੰਤ ਕਿਵੇਂ ਸੁਖੀ ਹੋ ਸਕਦੇ ਨੇ, ਉਹਦੇ ਲਈ ਉਦਮ ਕਰਦੇ ਨੇ, ਯਤਨ ਕਰਦੇ ਨੇ। ਹਾਂਜੀ।
ਪਰ ਉਪਕਾਰ ਨਿਤ ਚਿਤਵਤੇ ਨਾਹੀ ਕਛ ਪੂਚ। ਰੱਬ ਦੇ ਪਿਆਰੇ ਮਹਾਂਪੁਰਸ਼ ਮਹਾਤਮਾ ਕੇਵਲ ਆਪਣੇ ਹਿਰਦੇ 'ਚ ਪਰਉਪਕਾਰ ਦੀ ਬਿਰਤੀ ਰੱਖ ਕੇ ਪਰਉਪਕਾਰ ਹੀ ਕਰਦੇ ਨੇ। ਉਹ ਹਮੇਸ਼ਾ ਸੋਚਦੇ ਆ ਵੀ ਮੈਂ ਪਰਉਪਕਾਰ ਕਿਵੇਂ ਕਰ ਸਕਦਾ। ਕਰਦੇ ਨੇ ਤੇ ਅੱਗੇ ਵੀ ਕਰਨ ਵਾਸਤੇ ਇੱਛਾ ਰੱਖਦੇ ਨੇ, ਕਿਵੇਂ ਪਰਉਪਕਾਰ ਕਰੀਏ ਕਿਸੇ ਤੇ। ਉਹਨਾਂ ਦਾ ਸੁਭਾਅ ਹਮੇਸ਼ਾ ਪਰਉਪਕਾਰੀ ਹੈ ਤੇ ਉਹ ਪਰਉਪਕਾਰ ਹੀ ਚਿਤਵਦੇ ਨੇ ਹਿਰਦੇ 'ਚ। ਬਦਲੇ ਵਿੱਚ ਜੋ ਕਿਸੇ ਤੇ ਪਰਉਪਕਾਰ ਕਰਦੇ ਨੇ ਤਾਂ ਬਦਲੇ ਵਿੱਚ ਉਹ ਆਪਣੇ ਮਨ 'ਚ ਉਹਨਾਂ ਤੋਂ ਕੋਈ ਕਾਂਖਾ ਨਹੀਂ ਰੱਖਦੇ, ਨਾ ਹੀ ਕਛ ਪੋਚ। ਕਾਂਖਾ ਨਹੀਂ ਰੱਖਦੇ ਬਦਲੇ ਵਿੱਚ ਵੀ ਸਾਡੀ ਇਹ ਵਾਹ ਕਰਨ। ਨੌਵੇਂ ਪਾਤਸ਼ਾਹ ਨੇ ਜਦੋਂ ਸਾਹਿਬ ਨੇ ਸੀਸ ਦਿੱਤਾ ਨਾ ਜਾ ਕੇ ਪਰਉਪਕਾਰ ਨਿਮਿਤ, ਤੇ ਬਦਲੇ 'ਚ ਮਹਾਰਾਜ ਜੀ ਨੇ ਕਾਂਖਾ ਨਹੀਂ ਰੱਖੀ ਵੀ ਇਹ ਤਿਲਕ ਧਾਰੀ ਜਨੇਊ ਧਾਰੀ ਆ ਕੇ ਸਾਡੀ ਉਪਮਾ ਕਰਨ ਤੇ ਮੱਥਾ ਟੇਕਣ ਸਾਨੂੰ। ਮੇਰੇ ਸਾਹਿਬ ਨੇ ਕੇਵਲ ਪਰਉਪਕਾਰ ਦੀ ਬਿਰਤੀ ਰੱਖੀ ਤੇ ਪਰਉਪਕਾਰ ਕਰਦਿਆਂ ਸੀਸ ਦੇ ਦਿੱਤਾ। ਰੱਬ ਦੇ ਪਿਆਰੇ ਹਮੇਸ਼ਾ ਪਰਉਪਕਾਰ ਦੀ ਬਿਰਤੀ ਰੱਖ ਕੇ ਪਰਉਪਕਾਰ ਕਰਦੇ ਨੇ, ਔਰ ਉਹ ਬਦਲੇ 'ਚ ਕਿਸੇ ਪ੍ਰਕਾਰ ਦੀ ਕੋਈ ਕਾਂਖਾ ਨਹੀਂ ਰੱਖਦੇ। ਹਾਂਜੀ। ਧਨ ਸੁਥਾਨ ਬਸੰਤ ਧਨ ਜਹ ਜਪਿਆ ਨਾਮ। ਉਹ ਥਾਂ ਧਨ ਹੈ, ਉਹ ਜਗ੍ਹਾਵਾਂ ਜਿੱਥੇ ਉਹ ਵਸਦੇ ਨੇ ਉਹ ਜਗ੍ਹਾ ਧਨ ਹੈ, ਉਹ ਘਰ ਧਨ ਹੈ। ਕਿੱਥੇ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਤੇ ਨਾਮ ਜਪਣ ਵਾਲੇ ਰੱਬ ਦੇ ਪਿਆਰੇ ਰਹਿੰਦੇ, ਉਹ ਥਾਂ ਧਨ ਹੈ, ਉਹ ਜਗ੍ਹਾ। ਉੱਥੇ ਤਾਂ ਬਸੰਤ ਹੀ ਹੈ, ਫਿਰ ਸਦਾ ਖੇੜਾ ਹੀ ਹੈ। ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ, ਅਕਾਲ ਪੁਰਖ ਦੀ ਬੰਦਗੀ ਕੀਤੀ ਜਾਂਦੀ। ਗੁਰੂ ਖਾਲਸਾ ਜੀ ਰੱਬ ਦਾ ਭਜਨ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ ਜਿਸ ਥਾਂ ਰਹਿੰਦੇ ਨੇ, ਉੱਥੋਂ ਦਾ ਜਰਰਾ ਜਰਰਾ ਤੀਰਥ ਹੋ ਜਾਂਦਾ, ਤੀਰਥ ਬਣ ਜਾਂਦਾ। ਉੱਥੇ ਇਹੋ ਜਿਹੀ ਆਬੋ ਹਵਾ ਚਾਰੇ ਪਾਸੇ ਬਣ ਜਾਂਦੀ। ਕੋਈ ਗਿਆ ਹੋਇਆ ਵਿਅਕਤੀ ਉੱਥੇ ਜਾ ਕੇ ਸ਼ਾਂਤ ਹੋ ਜਾਂਦਾ, ਅਸ਼ਾਂਤ ਮਨ ਵੀ ਸ਼ਾਂਤ ਹੋ ਜਾਂਦਾ। ਹਰ ਇੱਕ ਮਨੁੱਖ ਦੇ ਸਰੀਰ 'ਚ ਉਹਦਾ ਆਭਾ ਰੂਪ, ਆਭਾ ਚੱਕਰ ਜਿਸ ਨੂੰ ਕਹਿੰਦੇ ਆ, ਔਰਾ ਕਹਿ ਦਿੰਦੇ ਆ, ਜਿਹੋ ਜਿਹਾ ਉਹਦਾ ਸੁਭਾਅ ਹੁੰਦਾ ਉਦਾਂ ਦਾ ਉਹਦੇ ਆਲੇ ਦੁਆਲੇ ਔਰਾ ਬਣ ਜਾਂਦਾ, ਜਿੱਦਾਂ ਦੀ ਬਿਰਤੀ ਹੁੰਦੀ। ਮਲਲ ਬਿਰਤੀ ਰੱਖਣ ਵਾਲਿਆਂ ਦਾ ਔਰਾ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ। ਜਿੱਥੇ ਉਹ ਰਹਿੰਦੇ ਨੇ ਉੱਥੋਂ ਲੰਘ ਵੀ ਜਾਣ, ਚਲੇ ਵੀ ਜਾਣ ਨਾ, ਤੇ ਬਾਅਦ ਵਿੱਚ ਵੀ ਉਹਨਾਂ ਦੇ ਉਹ ਸੰਸਕਾਰ ਉਸ ਹਵਾ ਦੇ ਵਿੱਚ ਮਿਲ ਕੇ, ਉਸ ਜਗ੍ਹਾ ਵਿੱਚ ਮਿਲ ਕੇ ਕਾਫੀ ਸਮੇਂ ਤੱਕ ਉੱਥੇ ਰਹਿੰਦੇ। ਰੱਬ ਦੇ ਪਿਆਰੇ ਜਿੱਥੇ ਬੰਦਗੀ ਕਰਕੇ ਚਲੇ ਗਏ ਨੇ, ਭਾਵੇਂ ਸਰੀਰ ਕਰਕੇ, ਪਰ ਜਿੱਥੇ ਉਹ ਬੰਦਗੀ ਕਰਕੇ ਗਏ ਨੇ, ਉਹ ਅਸਰ, ਉਹ ਪ੍ਰਭਾਵ ਅੱਜ ਵੀ ਉਸ ਜਗ੍ਹਾ ਦੇ ਉੱਤੇ ਹੁੰਦਾ ਹੈ ਔਰ ਰਹਿੰਦਾ। 300 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਜਦੋਂ ਸਤਿਗੁਰੂ ਜੀ ਇਸ ਸਥਾਨ ਤੇ ਆਏ, ਚਰਨ ਪਾਏ। ਅੱਜ ਵੀ ਉਹ ਪਵਿੱਤਰਤਾ ਨੌਵੇਂ ਪਾਤਸ਼ਾਹ ਦੀ ਇੱਥੇ ਆਉਣ ਦੀ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਹਿਬ ਜੀ ਇੱਥੇ ਹਾਜ਼ਰ ਨੇ। ਉਹ ਥਾਂ ਧਨ ਹੈ, ਉਹ ਜਗ੍ਹਾ ਧਨ ਹੈ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ। ਹਾਂਜੀ। ਕਥਾ ਕੀਰਤਨ ਹਰਿ ਅਟਕਣਾ ਸੁਖ ਸਹਿਜ ਬਿਸ਼ਰਾਮ। ਉਹ ਥਾਂ ਧਨ ਹੈ, ਉਹ ਜਗ੍ਹਾ ਧਨ ਹੈ ਜਿੱਥੇ ਕਥਾ ਹੋ ਰਹੀ ਹੈ, ਜਿੱਥੇ ਕੀਰਤਨ ਹੋ ਰਿਹਾ ਤੇ ਪਰਮੇਸ਼ਰ ਦੇ ਨਾਮ ਦਾ ਜਾਪ ਹੋ ਰਿਹਾ ਹੈ, ਪਰ ਜਿੱਥੇ ਜਾ ਕੇ ਸਹਿਜੇ ਹੀ ਸੁੱਖ 'ਚ ਵਿਸ਼ਰਾਮ ਪ੍ਰਾਪਤ ਹੁੰਦਾ ਹੈ।
ਉਹ ਥਾਂ ਧਨ ਹੈ। ਮਨ ਤੇ ਕਦੇ ਨਾ ਵੀਸਰੈ, ਅਨਾਥ ਕੋ ਨਾਥ। ਮੇਰੇ ਮਨ ਤੋਂ ਮੇਰਾ ਪ੍ਰਭੂ ਕਦੇ ਨਾ ਵਿਸਰੇ, ਮਨ ਤੇ ਕਦੇ ਨਾ ਵਿਸਰੈ। ਮੇਰੇ ਮਨੋਂ ਮੇਰਾ ਹਰੀ ਪਰਮੇਸ਼ਰ ਕਦੇ ਨਾ ਵਿਸਰੇ। ਅਨਾਥ ਕੋ ਨਾਥ, ਉਹ ਅਨਾਥਾਂ ਦਾ ਨਾਥ ਹੈ, ਅਨਾਥਾਂ ਦਾ ਨਾਥ। ਜਿਹਦੇ ਸਿਰ ਤੇ ਕੋਈ ਨਹੀਂ ਨਾ ਹੈ, ਉਹਦਾ ਨਾਥ। ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਉਹਨਾਂ ਦੇ ਆਸਰੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਅਨਾਥ ਕੋ ਨਾਥ। ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਕਸ਼ਮੀਰ ਤੋਂ ਆ ਰਹੇ ਨੇ ਵਾਪਸ। ਅਚਾਨਕ ਇੱਕ ਬੱਚੇ ਦੀ ਆਵਾਜ਼ ਰੋਣ ਦੀ ਕੰਨਾਂ ਵਿੱਚ ਪਈ। ਸਤਿਗੁਰਾਂ ਘੋੜਾ ਰੋਕਿਆ ਤੇ ਆਖਿਆ, ਬਾਬਾ ਬਿਧੀ ਚੰਦ ਜੀ, ਕੋਈ ਬਾਲਕ ਰੋ ਰਿਹਾ ਇਸ ਬੀਆਬਾਨ ਉਜਾੜ ਵਿੱਚ। ਵੇਖੋ ਥੱਲੇ ਜਾ ਕੇ ਪਹਾੜੀ ਇਲਾਕਾ ਸੀ, ਖੱਡ ਵਿੱਚ ਇੱਕ ਬੱਚਾ ਹੈ 2-3 ਦਿਨਾਂ ਦਾ, ਇੱਕ ਕੁੱਤੀ ਦੇ ਕਤੂਰਿਆਂ ਵਿੱਚ ਪਿਆ ਹੋਇਆ ਰੋ ਰਿਹਾ। ਇਹਦੇ ਮਾਂ-ਬਾਪ ਨੇ ਇਹਦੇ ਜਨਮ ਹੁੰਦਿਆਂ ਸਾਰ ਜਦੋਂ ਵੇਖਿਆ ਵੀ ਇਹਦੇ ਮੂੰਹ ਵਿੱਚ ਜੰਮਦੇ ਦੇ ਦੰਦ ਨੇ, ਵਹਿਮੀਆਂ ਨੇ ਕਹਿ ਦਿੱਤਾ ਇਹ ਤਾਂ ਕੋਈ ਰਾਖਸ਼ ਹੈ ਜਿਹੜਾ ਤੁਹਾਡੇ ਘਰ ਜੰਮ ਪਿਆ ਤੇ ਜੰਮਦੇ ਦੇ ਮੂੰਹ 'ਚ ਦੰਦ ਨੇ, ਇਹਨੂੰ ਸੋਟਾਓ ਬਾਹਰ। ਸੋਟਾ ਏ ਵੀ ਇਹ ਤਾਂ ਰਾਖਸ਼ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਉਹ ਬੱਚਾ ਚੁੱਕਿਆ, 2-3 ਦਿਨਾਂ ਦਾ ਬੱਚਾ, ਮੈਲਾ ਕੁਚੈਲਾ, ਗੰਦਗੀ ਵਿੱਚ ਪਿਆ ਹੋਇਆ, ਚੁੱਕ ਕੇ ਲੈ ਆਏ। ਮਹਾਰਾਜ ਜੀ ਇਹ ਬੱਚਾ ਹੈ। ਕਲਗੀਧਰ ਜੀ ਕਹਿੰਦੇ ਲਿਆਓ ਬਿਧੀ ਚੰਦ ਜੀ, ਸਾਨੂੰ ਫੜਾਓ। ਮਹਾਰਾਜ ਜੀ ਕੁਥਰਾ ਹੈ, ਮੈਲਾ, ਤੁਹਾਡੇ ਬਸਤਰ ਮੈਲੇ ਹੋ ਜਾਣਗੇ, ਕੁਥਰਾ ਹੈ। ਤੇ ਮੇਰੇ ਸਾਹਿਬ ਜਿਹੜੇ ਅਨਾਥਾਂ ਦੇ ਨਾਥ ਨੇ ਕਹਿੰਦੇ ਲਿਆਓ ਫੜਾਓ, ਇਹ ਕੁਥਰਾ ਨਹੀਂ, ਇਹ ਸੁਥਰਾ ਹੈ। ਬੱਚਿਆਂ ਵਾਂਗੂ ਆਪਣੇ ਕੋਲ ਪਾਲਿਆ। ਉਹ ਮਹਾਨ ਬ੍ਰਹਮ ਗਿਆਨੀ ਗੁਰਸਿੱਖ ਹੋ ਨਿਬੜਿਆ ਭਾਈ ਸੁਥਰੇ ਸ਼ਾਹ। 10ਵੇਂ ਜਾਮੇ ਗੁਰੂ ਕਲਗੀਧਰ ਪਾਤਸ਼ਾਹ ਤੱਕ ਭਾਈ ਸੁਥਰੇ ਸ਼ਾਹ ਨੇ ਗੁਰੂ ਘਰ ਦੀ ਸੇਵਾ ਕੀਤੀ। ਸਤਿਗੁਰੂ ਜੀ ਅਨਾਥਾਂ ਦੇ ਨਾਥ ਨੇ, ਜਿਸ ਦਾ ਕੋਈ ਵਾਲੀ ਵਾਰਸ ਨਹੀਂ, ਉਹਦੇ ਨਾਥ ਸਤਿਗੁਰੂ ਜੀ ਹਨ। ਅਨਾਥਾਂ ਦੇ ਨਾਥ ਨੇ। ਐਸਾ ਅਨਾਥਾਂ ਦਾ ਨਾਥ ਵਾਹਿਗੁਰੂ ਮੇਰੇ ਮਨ ਵਿੱਚੋਂ ਕਦੇ ਨਾ ਵਿਸਰੇ। ਨਾਨਕ ਪ੍ਰਭ ਸ਼ਰਨਾਗਤੀ, ਜਾ ਕਾ ਸਭ ਕਿਛ ਹਾਥ। ਪਾਤਸ਼ਾਹ ਕਹਿੰਦੇ ਜਿਸ ਦੇ ਹੱਥ ਵਿੱਚ ਸਭ ਕੁਝ ਹੈ, ਜਿਸ ਦੇ ਹੱਥ ਵਿੱਚ ਸਭ ਕੁਝ ਹੈ, ਮੈਂ ਉਸ ਦੀ ਸ਼ਰਨ ਵਿੱਚ ਹਾਂ। ਸਭ ਕੁਝ ਤਾਂ ਪ੍ਰਮਾਤਮਾ ਦੇ ਹੱਥ ਹੀ ਹੈ ਨਾ। ਭਾਵੇਂ ਕਿਹਾ ਜਾਂਦਾ ਬੰਦੇ ਬੜੇ ਸક્ષਮ ਨੇ, ਉਹਦੇ ਹੱਥ 'ਚ ਹੈ, ਪਰ ਕਿਸੇ ਜੀਵ ਦੇ, ਕਿਸੇ ਮਨੁੱਖ ਦੇ ਹੱਥ ਕੁਝ ਨਹੀਂ। ਸਭ ਕੁਝ ਉਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਹੱਥ ਵਿੱਚ ਹੈ। ਤੇ ਜਿਸ ਦੇ ਹੱਥ ਵਿੱਚ ਸਾਰੀਆਂ ਤਾਕਤਾਂ ਨੇ, ਮੈਂ ਉਹਦੀ ਸ਼ਰਨ ਵਿੱਚ ਹਾਂ।